ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਇਹ ਲੈਸਨ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 8ਵੀਂ ਕਲਾਸ ਦਾ ਗਣਿਤ ਦਾ 15ਵਾਂ ਅਧਿਆਇ ਹੈ ਗ੍ਰਾਫਾਂ ਬਾਰੇ ਜਾਣਕਾਰੀ, ਇੰਟਰੋਡਕਸ਼ਨ ਟੂ ਗ੍ਰਾਫਸ। ਪਿਛਲੇ ਲੈਕਚਰ ਦੇ ਵਿੱਚ ਅਸੀਂ ਅਭਿਆਸ 15.1 ਦੇ ਕੁਝ ਸਵਾਲ ਜਿਹੜੇ ਆਪਾਂ ਹੱਲ ਕੀਤੇ ਸਨ, ਉਹਨਾਂ ਨੂੰ ਦੇਖਿਆ ਸੀ, ਸਮਝਿਆ ਸੀ ਕਿ ਕਿਵੇਂ ਗ੍ਰਾਫ ਨੂੰ ਦੇਖ ਕੇ, ਰੇਖੀ ਗ੍ਰਾਫ ਨੂੰ ਦੇਖ ਕੇ ਅਸੀਂ ਉਹਦੇ ਤੋਂ ਜਿਹੜੀ ਜਾਣਕਾਰੀ ਹੈ ਉਹ ਅਸੀਂ ਪ੍ਰਾਪਤ ਕਰ ਸਕਦੇ ਹਾਂ। ਤੋ ਅੱਜ ਦੇ ਇਸ ਲੈਸਨ ਦੇ ਵਿੱਚ, ਅੱਜ ਦੇ ਸੈਸ਼ਨ ਦੇ ਵਿੱਚ ਵੀ ਅਸੀਂ ਅਭਿਆਸ 15.1 ਦੇ ਅਗਲੇ ਜਿਹੜੇ ਸਵਾਲ ਉਹਨਾਂ ਦੇ ਵਿੱਚੋਂ ਆਪਾਂ 2 ਜਾਂ 3 ਸਵਾਲ ਅੱਜ ਦੇ ਇਸ ਲੈਸਨ ਵਿੱਚ ਕਰਾਂਗੇ ਤੇ ਜਾਣਾਂਗੇ ਕਿ ਰੇਖਾ ਗ੍ਰਾਫ ਦੇ ਨਾਲ ਸੰਬੰਧਿਤ ਹੋਰ ਸਵਾਲ ਜਿਹੜੇ ਉਹ ਕਿਵੇਂ ਦੇ ਹੋ ਸਕਦੇ ਨੇ ਤੇ ਉਹਨੂੰ ਅਸੀਂ ਕਿਸ ਢੰਗ ਦੇ ਨਾਲ ਹੱਲ ਕਰ ਸਕਦੇ ਹਾਂ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਗਣਿਤ ਦੀ ਪੁਸਤਕ, ਨੋਟਬੁੱਕ ਤੇ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਲੈ ਲਏ ਹੋਣਗੇ ਤੇ ਲੈਸਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੋਵੋਗੇ। ਠੀਕ ਹੈ ਵਿਦਿਆਰਥੀਓ, ਤਾਂ ਆਓ ਸ਼ੁਰੂ ਕਰਦੇ ਹਾਂ ਤੇ ਦੇਖਦੇ ਹਾਂ ਅੱਜ ਦਾ ਸਭ ਤੋਂ ਪਹਿਲਾ ਸਵਾਲ। ਸੋ ਅੱਜ ਦਾ ਸਵਾਲ ਹੈ, ਸਾਡੇ ਕੋਲ ਹੈ ਬਨਸਪਤੀ ਵਿਗਿਆਨ ਦੇ ਇੱਕ ਪ੍ਰਯੋਗ ਵਿੱਚ ਸਮਾਨ ਪ੍ਰਯੋਗਸ਼ਾਲਾ ਪ੍ਰਸਥਿਤੀਆਂ ਵਿੱਚ ਦੋ ਪੌਦੇ A ਅਤੇ B ਉਗਾਏ ਗਏ। 3 ਹਫ਼ਤਿਆਂ ਤੱਕ ਉਹਨਾਂ ਦੀਆਂ ਉਚਾਈਆਂ ਨੂੰ ਹਰ ਹਫ਼ਤੇ ਦੇ ਅੰਤ ਵਿੱਚ ਮਾਪਿਆ ਗਿਆ। ਨਤੀਜਿਆਂ ਨੂੰ ਹੇਠਾਂ ਦਿੱਤੇ ਗ੍ਰਾਫ ਵਿੱਚ ਦਰਸਾਇਆ ਗਿਆ ਹੈ। ਠੀਕ ਹੈ, ਤੋ ਕਿਸੇ ਪ੍ਰਯੋਗਸ਼ਾਲਾ ਦੇ ਵਿੱਚ ਸੇਮ ਇੱਕੋ ਜਿਹੀਆਂ ਪ੍ਰਸਥਿਤੀਆਂ, ਇੱਕੋ ਜਿਹਾ ਤਾਪਮਾਨ, ਇੱਕੋ ਜਿਹੀ ਹਵਾ ਪਾਣੀ ਰੱਖ ਕੇ ਦੋ ਪੌਦੇ ਜਿਹੜੇ A ਅਤੇ B ਜਿਹੜੇ ਉਗਾਏ ਗਏ ਨੇ, ਫਿਰ ਉਹਨਾਂ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਹੈ ਉਹਨੂੰ ਹਰ ਹਫ਼ਤੇ ਜਿਹੜਾ 3 ਹਫ਼ਤਿਆਂ ਤੱਕ ਉਹਨੂੰ ਦੇਖਿਆ ਗਿਆ, ਉਹਨਾਂ ਦੀ ਲੰਬਾਈ ਜਿਹੜੀ ਹੈ ਉਹਨੂੰ ਨਾਪਿਆ ਗਿਆ ਤੇ ਉਹਨੂੰ ਫਿਰ ਗ੍ਰਾਫ ਦੇ ਵਿੱਚ ਦਰਜ ਕੀਤਾ ਗਿਆ। ਤਾਂ ਗ੍ਰਾਫ ਅਸੀਂ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ। ਸੋ ਇਹ ਤੁਸੀਂ ਦੇਖ ਸਕਦੇ ਹੋ, ਜਿਹੜਾ ਲੇਟਵਾਂ ਧੁਰਾ ਹੈ ਸਾਡੇ ਕੋਲ ਉਹਦੇ ਉੱਤੇ ਹਫ਼ਤਿਆਂ ਨੂੰ ਦਰਸਾਇਆ ਗਿਆ ਹੈ ਔਰ ਜਿਹੜਾ ਖੜਵਾਂ ਧੁਰਾ ਹੈ ਇਹਦੇ ਵਿੱਚ ਉਚਾਈਆਂ ਨੂੰ ਦਰਸਾਇਆ ਗਿਆ ਹੈ, ਪੌਦੇ A ਅਤੇ B ਦੀਆਂ ਉਚਾਈਆਂ ਨੂੰ ਸੈਂਟੀਮੀਟਰਾਂ ਦੇ ਵਿੱਚ ਦਰਸਾਇਆ ਗਿਆ ਹੈ। ਠੀਕ ਹੈ, ਤੋ ਇਹਦੇ ਵਿੱਚ ਆਪਾਂ ਇੱਥੇ ਦੇਖ ਸਕਦੇ ਹਾਂ, ਸਭ ਤੋਂ ਪਹਿਲਾਂ ਇੱਥੇ ਲਿਖਿਆ ਗਿਆ ਹੈ ਆਰੰਭ। ਆਰੰਭ ਦਾ ਭਾਵ ਹੈ ਜਦੋਂ A ਅਤੇ B ਪੌਦੇ ਦੋਨੋਂ ਜਿਹੜੇ ਉਹ ਲਗਾਏ ਗਏ ਨੇ। ਠੀਕ ਹੈ, ਉਸ ਤੋਂ ਬਾਅਦ ਇੱਕ ਹਫ਼ਤੇ ਬਾਅਦ ਉਹਨਾਂ ਦੋਨਾਂ ਦੀ ਜਿਹੜੀ ਉਚਾਈ ਹੈ ਉਹਨੂੰ ਮਾਪਿਆ ਗਿਆ ਤੇ ਨੋਟ ਕੀਤਾ ਗਿਆ। ਇਸ ਤੋਂ ਬਾਅਦ ਦੂਜੇ ਹਫ਼ਤੇ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀਆਂ ਉਚਾਈਆਂ ਜਿਹੜੀਆਂ ਨਾਪੀਆਂ ਗਈਆਂ ਨੇ ਤੇ ਉਹਨਾਂ ਨੂੰ ਦਰਜ ਕੀਤਾ ਗਿਆ ਗ੍ਰਾਫ ਦੇ ਉੱਤੇ। ਇਸ ਤੋਂ ਬਾਅਦ ਤੀਸਰੇ ਹਫ਼ਤੇ ਤੋਂ ਬਾਅਦ ਫਿਰ ਜਿਹੜਾ ਪੌਦਾ A ਅਤੇ ਪੌਦਾ B ਦੀਆਂ ਜਿਹੜੀਆਂ ਉਚਾਈਆਂ ਨੇ ਉਹਨਾਂ ਨੂੰ ਨਾਪਿਆ ਗਿਆ ਤੇ ਰਿਕਾਰਡ ਕੀਤਾ ਗਿਆ ਹੈ ਗ੍ਰਾਫ ਦੇ ਉੱਤੇ। ਠੀਕ ਹੈ, ਤੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਦਾਣੇਦਾਰ ਲਾਈਨ ਹੈ ਸਾਡੇ ਕੋਲ, ਡਾਟਡ ਲਾਈਨ ਹੈ, ਉਹ ਪੌਦਾ A ਦੀ ਉਚਾਈ ਦੇ ਬਾਰੇ ਦੱਸਦੀ ਹੈ ਤੇ ਜਿਹੜੀ ਸਾਡੇ ਕੋਲ ਇਹ ਡਾਰਕ ਲਾਈਨ ਹੈ, ਗੂੜੀ ਲਾਈਨ ਹੈ ਕਾਲੇ ਰੰਗ ਦੇ ਵਿੱਚ, ਇਹ ਪੌਦੇ B ਦੀ ਜਿਹੜੀ ਉਚਾਈ ਨੂੰ ਸਮੇਂ ਦੇ ਨਾਲ ਦਰਸਾਉਂਦੀ ਹੈ। ਠੀਕ ਹੈ, ਤੋ ਇਹਦੇ 'ਚ ਅਸੀਂ ਮੋਟੇ ਤੌਰ ਤੇ ਦੇਖ ਸਕਦੇ ਹਾਂ, ਇਹ ਸਾਡੇ ਕੋਲ ਆਰੰਭ ਵਾਲਾ ਸਮਾਂ ਹੈ, ਇਹ ਇੱਕ ਹਫ਼ਤੇ ਬਾਅਦ ਜਦੋਂ ਜਿਹੜਾ ਉਚਾਈਆਂ ਨਾਪੀਆਂ ਗਈਆਂ, ਇਹ 2 ਹਫ਼ਤੇ ਬਾਅਦ ਅੰਕੜੇ ਜਿਹੜੇ ਉਹ ਪ੍ਰਾਪਤ ਕੀਤੇ ਗਏ, 3 ਹਫ਼ਤੇ ਬਾਅਦ ਜਿਹੜੇ ਅੰਕੜੇ ਉਹ ਪ੍ਰਾਪਤ ਕੀਤੇ ਗਏ। ਠੀਕ ਹੈ, ਇੱਕ ਚੀਜ਼ ਅਸੀਂ ਇਹਦੇ 'ਚ ਦੇਖ ਸਕਦੇ ਹਾਂ ਕਿ ਪਹਿਲੇ ਅਤੇ ਦੂਜੇ ਹਫ਼ਤੇ ਦੇ ਵਿੱਚ ਜਿਹੜਾ ਦਾਣੇਦਾਰ ਗ੍ਰਾਫ ਹੈ ਉਹ ਦੂਸਰੇ ਗ੍ਰਾਫ ਦੇ ਨਾਲੋਂ ਉੱਪਰ ਰਹਿੰਦਾ ਹੈ। ਠੀਕ ਹੈ, ਭਾਵ ਪੌਦਾ A ਦਾ ਜਿਹੜਾ ਗ੍ਰਾਫ ਹੈ ਉਹ ਸਾਡੇ ਕੋਲ ਪੌਦੇ B ਦੇ ਗ੍ਰਾਫ ਤੋਂ ਉੱਪਰ ਰਹਿੰਦਾ ਹੈ। ਇਹਦਾ ਭਾਵ ਇਹ ਹੈ ਕਿ ਜਿਹੜਾ ਪੌਦਾ A ਹੈ ਉਹ ਪਹਿਲੇ 2 ਹਫ਼ਤਿਆਂ ਦੇ ਵਿੱਚ ਉਹਦੀ ਜਿਹੜੀ ਵਧਣ ਦੀ ਰਫ਼ਤਾਰ ਹੈ ਉਹ ਪੌਦਾ B ਦੇ ਮੁਕਾਬਲੇ ਜਿਹੜੀ ਜ਼ਿਆਦਾ ਰਹੀ ਹੈ। ਦੂਜੇ ਹਫ਼ਤੇ ਤੋਂ ਬਾਅਦ ਜੇਕਰ ਅਸੀਂ ਦੇਖੀਏ ਤਾਂ ਦਾਣੇਦਾਰ ਗ੍ਰਾਫ ਜਿਹੜਾ ਉਹ ਥੱਲੇ ਆ ਜਾਂਦਾ ਹੈ, ਜਦਕਿ ਜਿਹੜਾ ਦੂਸਰਾ ਗ੍ਰਾਫ ਹੈ ਗੂੜੇ ਰੰਗ ਦਾ ਉਹ ਸਾਡੇ ਕੋਲ ਉੱਪਰ ਚਲੇ ਜਾਂਦਾ ਹੈ। ਇਹਦਾ ਭਾਵ ਹੈ ਕਿ ਤੀਸਰੇ ਹਫ਼ਤੇ ਦੇ ਵਿੱਚ ਪੌਦੇ A ਦੀ ਜਿਹੜੀ ਵਧਣ ਦੀ ਰਫ਼ਤਾਰ ਹੈ ਉਹ ਪੌਦੇ B ਦੀ ਵਧਣ ਦੀ ਰਫ਼ਤਾਰ ਦੇ ਨਾਲੋਂ ਘੱਟ ਰਹੀ ਹੈ। ਠੀਕ ਹੈ, ਤੋ ਆਓ ਆਪਾਂ ਦੇਖਦੇ ਹਾਂ ਇਸ ਤੋਂ ਬਾਅਦ ਹੁਣ ਸਵਾਲ ਜਿਹੜੇ ਇਹਦੇ ਵਿੱਚ ਸਾਨੂੰ ਪੁੱਛੇ ਗਏ ਨੇ ਉਹਨਾਂ ਦਾ ਅਸੀਂ ਇੱਕ ਇੱਕ ਕਰਕੇ ਹੱਲ ਜਿਹੜਾ ਉਹ ਉੱਤਰ ਜਿਹੜੇ ਉਹ ਦੇਵਾਂਗੇ। ਇਹਨਾਂ ਦਾ ਉੱਤਰ ਜਿਹੜਾ ਅਸੀਂ ਉਹ ਗ੍ਰਾਫ ਤੋਂ ਦੇਣਾ ਹੈ। ਠੀਕ ਹੈ, ਤੋ ਆਓ ਦੇਖਦੇ ਹਾਂ। ਤੋ ਵਿਦਿਆਰਥੀਓ, ਸਭ ਤੋਂ ਪਹਿਲਾ ਸਵਾਲ ਸਾਡੇ ਕੋਲ ਹੈ ਕਿ 2 ਹਫ਼ਤੇ ਬਾਅਦ, 3 ਹਫ਼ਤੇ ਬਾਅਦ ਪੌਦੇ A ਦੀ ਉਚਾਈ ਕਿੰਨੀ ਸੀ। ਠੀਕ ਹੈ, 2 ਹਫ਼ਤਿਆਂ ਤੋਂ ਬਾਅਦ ਤੇ 3 ਹਫ਼ਤਿਆਂ ਤੋਂ ਬਾਅਦ ਪੌਦੇ A ਦੀ ਜਿਹੜੀ ਉਚਾਈ ਉਹ ਅਸੀਂ ਗ੍ਰਾਫ ਤੋਂ ਦੇਖ ਕੇ ਜਿਹੜਾ ਹੈ ਉੱਤਰ ਇਹਦਾ ਦੇਵਾਂਗੇ ਹੱਲ। ਹਾਂਜੀ, ਇਹਦੇ ਵਿੱਚ ਅੱਗੇ ਸਾਨੂੰ ਜਿਹੜੇ 2 ਭਾਗ ਦਿੱਤੇ ਗਏ ਨੇ, ਤਾਂ ਪਹਿਲੇ ਭਾਗ ਵਿੱਚ ਅਸੀਂ 2 ਹਫ਼ਤੇ ਬਾਅਦ ਦੱਸਾਂਗੇ ਕਿ ਪੌਦੇ A ਦੀ ਉਚਾਈ ਕਿੰਨੀ ਸੀ। 2 ਹਫ਼ਤੇ ਬਾਅਦ ਪੌਦੇ A ਦੀ ਉਚਾਈ। ਤੋ ਅਸੀਂ ਦੇਖ ਸਕਦੇ ਹਾਂ ਗ੍ਰਾਫ ਦੇ ਵਿੱਚ ਇੱਥੇ ਸਾਡਾ ਜਿਹੜਾ ਦੂਜਾ ਹਫ਼ਤਾ ਉਹ ਖਤਮ ਹੁੰਦਾ ਹੈ। ਤਾਂ 2 ਹਫ਼ਤੇ ਬਾਅਦ ਇਹਦੇ ਸਾਹਮਣੇ ਜੇ ਅਸੀਂ ਦੇਖੀਏ ਬਿੰਦੂ ਹੈ ਤਾਂ ਇਹਦੇ ਸਾਹਮਣੇ ਖੱਬੇ ਹੱਥ ਜਿਹੜੀ ਸੰਖਿਆ ਉਹ ਸਾਡੇ ਕੋਲ ਇੱਥੇ 6 ਅਤੇ 8 ਦੇ ਵਿਚਕਾਰ 7 ਆਏਗੀ। ਕਹਿਣ ਦਾ ਭਾਵ ਹੈ ਕਿ 2 ਹਫ਼ਤੇ ਬਾਅਦ ਪੌਦੇ A ਦੀ ਜਿਹੜੀ ਉਚਾਈ ਸੀ ਉਹ ਸਾਡੇ ਕੋਲ 7 ਸੈਂਟੀਮੀਟਰ ਸੀ। ਠੀਕ ਹੈ, ਬਰਾਬਰ
7 ਸੈਂਟੀਮੀਟਰ। ਇਸ ਤੋਂ ਬਾਅਦ ਦੂਸਰਾ ਸਵਾਲ ਇਹਦੇ ਵਿੱਚ ਹੀ ਪੁੱਛਿਆ ਗਿਆ ਹੈ ਕਿ 3 ਹਫ਼ਤੇ ਬਾਅਦ ਪੌਦੇ A ਦੀ ਉਚਾਈ। ਹਾਂਜੀ। 3 ਹਫ਼ਤੇ ਬਾਅਦ ਇੱਥੇ ਅਸੀਂ ਦੇਖ ਸਕਦੇ ਹਾਂ ਤਾਂ 3 ਦੇ ਸਾਹਮਣੇ ਜੇਕਰ ਅਸੀਂ ਦੇਖੀਏ ਤਾਂ ਪੌਦਾ ਇਹਦਾ ਗ੍ਰਾਫ ਜਿਹੜਾ ਦਾਣੇਦਾਰ ਗ੍ਰਾਫ ਹੈ ਉਹ ਸਾਡੇ ਕੋਲ ਇੱਥੇ ਤੱਕ ਪਹੁੰਚਦਾ ਹੈ ਔਰ ਇਹਦੇ ਸਾਹਮਣੇ ਖੱਬੇ ਹੱਥ ਅਸੀਂ ਜਦੋਂ ਦੇਖਾਂਗੇ ਤਾਂ ਇੱਥੇ ਜਿਹੜਾ ਇਹ ਸੰਖਿਆ ਹੈ ਸਾਡੇ ਕੋਲ 8 ਅਤੇ 10 ਦੇ ਵਿਚਕਾਰ ਇੱਥੇ 9 ਜਿਹੜੀ ਸੰਖਿਆ ਆਏਗੀ। ਕਹਿਣ ਦਾ ਭਾਵ ਹੈ ਕਿ 3 ਹਫ਼ਤੇ ਬਾਅਦ ਪੌਦੇ A ਦੀ ਜਿਹੜੀ ਉਚਾਈ ਸੀ ਉਹ 9 ਸੈਂਟੀਮੀਟਰ ਹੋ ਚੁੱਕੀ ਸੀ। 9 ਸੈਂਟੀਮੀਟਰ, ਠੀਕ ਹੈ। ਤੋ ਇਹ ਸਾਡੇ ਕੋਲ A ਪਾਰਟ ਦੇ ਦੋਨੋਂ ਜਿਹੜੇ ਸਵਾਲ ਸੀ ਉਹਨਾਂ ਦਾ ਹੱਲ ਅਸੀਂ ਗ੍ਰਾਫ ਤੋਂ ਜਿਹੜਾ ਉਹ ਲੱਭ ਲਿਆ ਹੈ, ਠੀਕ ਹੈ। ਸੋ ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਸਾਡੇ ਕੋਲ B ਪਾਰਟ ਹੈ ਉਹ ਦੇਖਦੇ ਹਾਂ। ਹਾਂਜੀ, 2 ਹਫ਼ਤੇ ਬਾਅਦ 3 ਹਫ਼ਤੇ ਬਾਅਦ ਪੌਦੇ B ਦੀ ਉਚਾਈ ਕਿੰਨੀ ਸੀ, ਠੀਕ ਹੈ। ਤਾਂ ਗ੍ਰਾਫ ਤੋਂ ਦੇਖ ਕੇ ਅਸੀਂ ਇਸ ਸਵਾਲ ਦਾ ਜਿਹੜਾ ਉੱਤਰ ਦੇਵਾਂਗੇ ਹੱਲ। तो पहला भाग है 2 हफ्ते बाद पौधे B की ऊंचाई। ਹਾਂਜੀ, 2 ਹਫ਼ਤੇ ਦੇ ਸਮੇਂ ਤੋਂ ਬਾਅਦ ਪੌਦੇ B ਦੀ ਉਚਾਈ ਵੀ ਅਸੀਂ ਦੇਖ ਸਕਦੇ ਹਾਂ A ਤੇ B ਦੀ ਉਚਾਈ ਦੋਨਾਂ ਦੀ ਇੱਥੇ ਸਮਾਨ ਹੈ। ਤੋ ਇਹਦੇ ਸਾਹਮਣੇ ਇੱਥੇ ਸਾਡੇ ਕੋਲ ਜਿਹੜਾ 6 ਅਤੇ 8 ਦੇ ਵਿਚਕਾਰ 7 ਸੈਂਟੀਮੀਟਰ ਆਏਗਾ। ਸੋ 7 ਸੈਂਟੀਮੀਟਰ ਪੌਦੇ B ਦੀ ਜਿਹੜੀ ਉਚਾਈ ਹੈ ਉਹ 2 ਹਫ਼ਤਿਆਂ ਤੋਂ ਬਾਅਦ ਰਹੀ ਹੈ। ਇਸ ਤੋਂ ਬਾਅਦ ਦੂਸਰਾ ਸਵਾਲ ਦੇ ਵਿੱਚ 3 ਹਫ਼ਤੇ ਬਾਅਦ ਪੌਦੇ B ਦੀ ਉਚਾਈ। ਤਿੰਨ ਹਫ਼ਤੇ ਬਾਅਦ ਪੌਦੇ B ਦੀ ਉਚਾਈ ਅਸੀਂ ਦੇਖ ਸਕਦੇ ਹਾਂ। ਇਹ ਪੌਦੇ B ਦਾ ਜਿਹੜਾ ਗ੍ਰਾਫ ਹੈ ਉਹ ਸਾਡੇ ਕੋਲ ਗੂੜੀ ਲਾਈਨ ਹੈ, ਥਿਕ ਲਾਈਨ ਹੈ। ਤਾਂ ਇਹਦੇ ਸਾਹਮਣੇ ਜਿਹੜੀ ਕੀਮਤ ਹੈ ਉਹ ਅਸੀਂ ਦੇਖ ਸਕਦੇ ਹਾਂ 10 ਹੈ। तो ਇਹਦਾ ਭਾਵ ਹੈ 3 ਹਫ਼ਤੇ ਬਾਅਦ ਪੌਦੇ B ਦੀ ਜਿਹੜੀ ਉਚਾਈ ਸੀ ਉਹ 10 ਸੈਂਟੀਮੀਟਰ ਹੋ ਚੁੱਕੀ ਸੀ, ਠੀਕ ਹੈ। तो ਇਹ ਸਾਡੇ ਕੋਲ B ਪਾਰਟ ਦਾ ਉੱਤਰ ਜਿਹੜਾ ਬਣ ਜਾਂਦਾ ਹੈ। ਇਸ ਤੋਂ ਬਾਅਦ ਅਗਲਾ ਸਵਾਲ ਦੇਖਦੇ ਹਾਂ। ਅਗਲਾ ਸਵਾਲ ਸਾਡੇ ਕੋਲ ਹੈ ਤੀਸਰੇ ਹਫ਼ਤੇ ਵਿੱਚ ਪੌਦੇ A ਦੀ ਉਚਾਈ ਕਿੰਨੀ ਵਧੀ, ਠੀਕ ਹੈ। तो ਇਹ ਸਾਡੇ ਕੋਲ ਪਹਿਲਾ ਹਫ਼ਤਾ ਹੈ, ਇਹ ਸਾਡੇ ਕੋਲ ਦੂਸਰਾ ਹਫ਼ਤਾ ਹੈ, ਇਹ ਸਾਡੇ ਕੋਲ ਤੀਸਰਾ ਹਫ਼ਤਾ ਹੈ। तो ਤੀਸਰੇ ਹਫ਼ਤੇ ਵਿੱਚ ਪੌਦੇ A ਦੀ ਜਿਹੜੀ ਉਚਾਈ ਹੈ ਉਹ ਕਿੰਨੀ ਵਧੀ। 2 ਹਫ਼ਤੇ ਬਾਅਦ ਪੌਦੇ A ਦੀ ਜਿਹੜੀ ਉਚਾਈ ਹੈ ਉਹ ਅਸੀਂ ਇੱਥੇ ਦੇਖ ਸਕਦੇ ਹਾਂ ਕਿ ਸਾਡੇ ਕੋਲ 7 ਸੈਂਟੀਮੀਟਰ ਸੀ, ਠੀਕ ਹੈ। ਤੀਜੇ ਹਫ਼ਤੇ ਦੇ ਬਾਅਦ ਪੌਦੇ A ਦੀ ਜਿਹੜੀ ਉਚਾਈ ਸੀ ਉਹ ਅਸੀਂ ਦੇਖ ਸਕਦੇ ਹਾਂ ਇੱਥੇ 9 ਸੈਂਟੀਮੀਟਰ ਸੀ, ਠੀਕ ਹੈ। तो 9 ਸੈਂਟੀਮੀਟਰ 7 ਤੋਂ 9 ਸੈਂਟੀਮੀਟਰ ਜਿਹੜਾ ਤੀਜੇ ਹਫ਼ਤੇ ਦੇ ਵਿੱਚ ਪੌਦੇ A ਦੀ ਉਚਾਈ ਦੇ ਵਿੱਚ ਵਾਧਾ ਹੋਇਆ ਹੈ। तो ਕਿੰਨੀ ਵਧੀ ਉਹ ਅਸੀਂ ਦੇਖ ਲੈਣੇ ਹਾਂ ਹੱਲ। ਤੀਸਰੇ ਹਫ਼ਤੇ ਵਿੱਚ ਪੌਦੇ A ਦੀ ਉਚਾਈ ਵਿੱਚ ਹੋਣ ਵਾਲਾ ਵਾਧਾ ਹਾਂਜੀ ਬਰਾਬਰ ਦੂਜੇ ਹਫ਼ਤੇ ਦੇ ਅਖੀਰ ਤੇ ਉਚਾਈ ਜਿਹੜੀ 7 ਸੈਂਟੀਮੀਟਰ ਸੀ, ਤੀਜੇ ਹਫ਼ਤੇ ਦੇ ਅਖੀਰ ਤੇ ਪੌਦਾ A ਦੀ ਉਚਾਈ ਜਿਹੜੀ ਉਹ 9 ਸੈਂਟੀਮੀਟਰ ਸੀ। ਤੋਂ 9 ਦੇ ਵਿੱਚੋਂ ਅਸੀਂ 7 ਨੂੰ ਜੇਕਰ ਘਟਾ ਦਾਂਗੇ ਤਾਂ ਸਾਡੇ ਕੋਲ ਜਿੰਨਾ ਵੀ ਵਾਧਾ ਹੋਇਆ ਤੀਸਰੇ ਹਫ਼ਤੇ ਦੇ ਵਿੱਚ ਉਹ ਪ੍ਰਾਪਤ ਹੋ ਜਾਏਗਾ 2 ਸੈਂਟੀਮੀਟਰ, ਠੀਕ ਹੈ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਤੀਸਰੇ ਹਫ਼ਤੇ ਦੇ ਵਿੱਚ ਪੌਦੇ A ਦੀ ਜਿਹੜੀ ਉਚਾਈ ਹੈ ਉਹ 2 ਸੈਂਟੀਮੀਟਰ ਵਧੀ, ਠੀਕ ਹੈ। ਇਸ ਤਰ੍ਹਾਂ ਤੀਸਰੇ ਹਫ਼ਤੇ ਵਿੱਚ ਪੌਦੇ A ਦੀ ਉਚਾਈ 2 ਸੈਂਟੀਮੀਟਰ ਵਧੀ, ਠੀਕ ਹੈ ਸਟੂडेंट्स। तो इस तो बाद अगला सवाल देखते हैं ਅਸੀਂ। ਸੋ ਡੀ ਪਾਰਟ ਹੈ ਸਾਡੇ ਕੋਲ ਇਸ ਸਵਾਲ ਦਾ। ਦੂਸਰੇ ਹਫ਼ਤੇ ਦੇ ਅੰਤ ਤੋਂ ਤੀਸਰੇ ਹਫ਼ਤੇ ਦੇ ਅੰਤ ਤੱਕ ਪੌਦੇ B ਦੀ ਉਚਾਈ ਕਿੰਨੀ ਵਧੀ। ਬਿਲਕੁਲ ਜਿਵੇਂ ਅਸੀਂ C ਪਾਰਟ ਕੀਤਾ ਹੈ ਉਹਦੇ 'ਚ ਅਸੀਂ A ਦੀ ਕਿੰਨੀ ਲੰਬਾਈ ਜਿਹੜੀ ਵਧੀ ਹੈ ਤਾਂ ਇਹਦੇ ਵਿੱਚ ਅਸੀਂ B ਦੀ ਜਿਹੜੀ ਉਚਾਈ ਹੈ ਉਹ ਦੱਸਾਂਗੇ, ਠੀਕ ਹੈ। ਤਾਂ ਬਿਲਕੁਲ ਉਸੇ ਢੰਗ ਦੇ ਨਾਲ ਅਸੀਂ ਲਿਖ ਲਵਾਂਗੇ ਪਹਿਲਾਂ ਹੱਲ।
ਦੂਸਰੇ ਹਫਤੇ ਦੇ ਅੰਤ ਤੋਂ ਤੀਸਰੇ ਹਫਤੇ ਦੇ ਅੰਤ ਤੱਕ ਪੌਦੇ B ਦੀ ਲੰਬਾਈ ਵਿੱਚ ਹੋਇਆ ਵਾਧਾ। ਹਾਂਜੀ, ਤੋ ਦੂਸਰੇ ਹਫਤੇ ਦੇ ਅੰਤ ਵਿੱਚ ਜਿਹੜੀ ਪੌਦੇ B ਦੀ ਉਚਾਈ ਸੀ ਉਹ ਸਾਡੇ ਕੋਲ 7 ਸੈਂਟੀਮੀਟਰ ਸੀ ਤੇ ਤੀਸਰੇ ਹਫਤੇ ਦੇ ਅੰਤ ਵਿੱਚ ਪੌਦੇ B ਦੀ ਜਿਹੜੀ ਉਚਾਈ ਸੀ ਉਹ ਅਸੀਂ ਇੱਥੋਂ ਦੇਖ ਸਕਦੇ ਹਾਂ ਸਾਹਮਣੇ, ਉਹ ਸਾਡੇ ਕੋਲ 10 ਸੈਂਟੀਮੀਟਰ ਸੀ। ਠੀਕ ਹੈ, ਸੋ 10 ਸੈਂਟੀਮੀਟਰ ਦੇ ਵਿੱਚੋਂ ਅਸੀਂ 7 ਸੈਂਟੀਮੀਟਰ ਜਿਹੜਾ ਘਟਾ ਦਿਆਂਗੇ ਤਾਂ ਸਾਡੇ ਕੋਲ ਤੀਸਰੇ ਹਫਤੇ ਦੇ ਵਿੱਚ B ਪੌਦੇ ਦੀ ਉਚਾਈ ਵਿੱਚ ਹੋਣ ਵਾਲਾ ਵਾਧਾ ਪ੍ਰਾਪਤ ਹੋ ਜਾਵੇਗਾ। ਠੀਕ ਹੈ, ਤਾਂ ਇਹ ਸਾਡੇ ਕੋਲ ਉੱਤਰ ਜਿਹੜਾ ਉਹ 3 ਸੈਂਟੀਮੀਟਰ ਬਣ ਜਾਂਦਾ ਹੈ, ਭਾਵ ਕਿ ਤੀਸਰੇ ਹਫਤੇ ਦੇ ਵਿੱਚ ਜਿਹੜੀ ਪੌਦੇ B ਦੀ ਉਚਾਈ ਹੈ ਉਹ 3 ਸੈਂਟੀਮੀਟਰ ਵਧੀ ਹੈ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ, ਕਿਸ ਹਫਤੇ ਵਿੱਚ ਪੌਦੇ A ਦੀ ਉਚਾਈ ਸਭ ਤੋਂ ਜ਼ਿਆਦਾ ਵਧੀ ਹੈ। ਤੋ ਇਹਦੇ ਲਈ ਸਾਨੂੰ ਪਹਿਲਾਂ ਇਹ ਚੈੱਕ ਕਰਨਾ ਪਏਗਾ ਕਿ ਪੌਦੇ A ਦੀ ਜਿਹੜੀ ਉਚਾਈ ਹੈ ਉਹ ਪਹਿਲੇ ਹਫਤੇ ਕਿੰਨੀ ਵਧੀ, ਦੂਜੇ ਹਫਤੇ ਉਹਦੇ ਵਿੱਚ ਕਿੰਨਾ ਵਾਧਾ ਹੋਇਆ, ਤੀਜੇ ਹਫਤੇ ਵਿੱਚ ਪੌਦੇ A ਦੀ ਉਚਾਈ ਦੇ ਵਿੱਚ ਕਿੰਨਾ ਵਾਧਾ ਹੋਇਆ। ਠੀਕ ਹੈ, ਤਾਂ ਫਿਰ ਤਿੰਨਾਂ ਨੂੰ ਦੇਖ ਕੇ ਫਿਰ ਅਸੀਂ ਦੱਸ ਸਕਦੇ ਹਾਂ ਕਿ ਕਿਸ ਹਫਤੇ ਦੇ ਵਿੱਚ ਪੌਦੇ A ਦੀ ਜਿਹੜੀ ਉਚਾਈ ਹੈ ਉਹ ਸਭ ਤੋਂ ਜ਼ਿਆਦਾ ਵਧੀ। ਸੋ ਇੱਥੇ ਅਸੀਂ ਲਿਖਾਂਗੇ ਪੌਦੇ A ਦੀ ਉਚਾਈ ਵਿੱਚ ਹੋਇਆ ਵਾਧਾ ਪੌਦੇ A ਦੀ ਉਚਾਈ ਵਿੱਚ ਹੋਇਆ ਵਾਧਾ ਪਹਿਲੇ ਹਫਤੇ ਕਿੰਨਾ ਵਾਧਾ ਹੋਇਆ ਅਸੀਂ ਦੇਖ ਲੈਂਦੇ ਹਾਂ। ਦੇਖੋ ਸ਼ੁਰੂ ਦੇ ਵਿੱਚ ਤਾਂ ਦੋਨੋਂ ਪੌਦਿਆਂ ਦਾ ਜਿਹੜਾ ਮਾਪ ਸੀ, ਉਚਾਈ ਸੀ, ਉਹ 0 ਹੀ ਸੀ। ਠੀਕ ਹੈ, ਤਾਂ ਪਹਿਲੇ ਹਫਤੇ ਦੇ ਵਿੱਚ B ਪੌਦਾ ਜਿਹੜਾ ਹੈ ਉਹ ਅਸੀਂ ਦੇਖ ਸਕਦੇ ਹਾਂ ਕਿ 1 ਸੈਂਟੀਮੀਟਰ ਦਾ ਹੋ ਗਿਆ ਸੀ ਤੇ ਜਿਹੜਾ A ਪੌਦਾ ਹੈ ਉਹ ਸਾਡੇ ਕੋਲ 2 ਸੈਂਟੀਮੀਟਰ ਦਾ ਹੋ ਗਿਆ ਸੀ। ਠੀਕ ਹੈ, ਤਾਂ A ਦੀ ਆਪਾਂ ਗੱਲ ਕਰਨੀ ਹੈ ਤਾਂ ਇੱਥੇ ਸਾਨੂੰ ਪਤਾ ਚੱਲਦਾ ਹੈ ਕਿ ਪਹਿਲੇ ਹਫਤੇ ਦੇ ਵਿੱਚ A ਦੇ ਵਿੱਚ ਜਿਹੜਾ ਹੋਇਆ ਵਾਧਾ ਹੈ ਉਹ 2 ਸੈਂਟੀਮੀਟਰ ਹੈ। ਠੀਕ ਹੈ, 2 ਸੈਂਟੀਮੀਟਰ। ਇਸ ਤੋਂ ਬਾਅਦ ਦੂਸਰੇ ਹਫਤੇ ਵਿੱਚ ਜਿਹੜਾ ਹੋਇਆ ਵਾਧਾ ਹੈ ਉਹ ਅਸੀਂ ਦੇਖ ਸਕਦੇ ਹਾਂ A ਦੀ ਉਚਾਈ ਦੇ ਵਿੱਚ ਪੌਦਾ A ਪਹਿਲੇ ਹਫਤੇ ਤੋਂ ਬਾਅਦ 2 ਸੈਂਟੀਮੀਟਰ ਦੀ ਉਚਾਈ ਦਾ ਸੀ ਤੇ ਦੂਜੇ ਹਫਤੇ ਤੋਂ ਬਾਅਦ ਪੌਦੇ A ਦੀ ਜਿਹੜੀ ਉਚਾਈ ਹੈ ਉਹ 7 ਸੈਂਟੀਮੀਟਰ ਹੋ ਚੁੱਕੀ ਸੀ। ਠੀਕ ਹੈ, ਤੋਂ 7 ਦੇ ਵਿੱਚੋਂ ਜੇਕਰ ਅਸੀਂ 2 ਘਟਾਉਂਦੇ ਹਾਂ ਤਾਂ ਸਾਨੂੰ ਪਤਾ ਚੱਲੇਗਾ ਕਿ ਦੂਸਰੇ ਹਫਤੇ ਦੇ ਵਿੱਚ ਜਿਹੜੀ ਉਚਾਈ ਦੇ ਵਿੱਚ ਵਾਧਾ ਹੋਇਆ ਉਹ ਕਿੰਨਾ ਸੀ। 7 ਸੈਂਟੀਮੀਟਰ ਵਿੱਚੋਂ 2 ਸੈਂਟੀਮੀਟਰ ਘਟਾਉਂਦੇ ਆ, ਇਹ ਸਾਡੇ ਕੋਲ ਆ ਜਾਂਦਾ ਹੈ 5 ਸੈਂਟੀਮੀਟਰ। ਠੀਕ ਹੈ, ਤਾਂ ਦੂਸਰੇ ਹਫਤੇ ਵਿੱਚ ਪੌਦੇ A ਦੀ ਲੰਬਾਈ ਵਿੱਚ 5 ਸੈਂਟੀਮੀਟਰ ਦਾ ਵਾਧਾ ਹੋਇਆ। तो इसी ढंग ਦੇ ਨਾਲ ਤੀਸਰੇ ਹਫਤੇ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਦੂਜੇ ਹਫਤੇ ਦੇ ਅਖੀਰ ਤੱਕ ਪੌਦੇ A ਦੀ ਜਿਹੜੀ ਉਚਾਈ ਹੈ ਉਹ 7 ਸੈਂਟੀਮੀਟਰ ਹੋ ਚੁੱਕੀ ਸੀ। ਤੀਜੇ ਹਫਤੇ ਦੇ ਅਖੀਰ ਤੱਕ ਪੌਦੇ A ਦੀ ਜਿਹੜੀ ਉਚਾਈ ਹੈ ਉਹ 9 ਸੈਂਟੀਮੀਟਰ ਹੋ ਗਈ ਸੀ। ਠੀਕ ਹੈ, ਤੋ ਇਹਨਾਂ ਦੇ ਵਿੱਚ ਤੀਸਰੇ ਹਫਤੇ ਦੇ ਵਿੱਚ ਜਿੰਨਾ ਵਾਧਾ ਹੋਇਆ ਉਹ ਪਤਾ ਕਰਨ ਦੇ ਲਈ ਅਸੀਂ 9 ਦੇ ਵਿੱਚੋਂ 7 ਨੂੰ ਘਟਾ ਦੇਵਾਂਗੇ। ਇਹ ਸਾਡੇ ਕੋਲ ਬਣ ਜਾਂਦਾ ਹੈ 2 ਸੈਂਟੀਮੀਟਰ। ਠੀਕ ਹੈ, ਤੋ ਅਸੀਂ ਇਥੋਂ ਦੇਖ ਕੇ ਬੜੀ ਆਸਾਨੀ ਦੇ ਨਾਲ ਦੱਸ ਸਕਦੇ ਹਾਂ ਕਿ ਪੌਦੇ A ਦੀ ਜਿਹੜੀ ਉਚਾਈ ਦਾ ਵਾਧਾ ਪਹਿਲੇ ਹਫਤੇ 2 ਸੈਂਟੀਮੀਟਰ, ਦੂਜੇ ਹਫਤੇ 5 ਸੈਂਟੀਮੀਟਰ ਤੇ ਤੀਜੇ ਹਫਤੇ 2 ਸੈਂਟੀਮੀਟਰ ਰਿਹਾ। ਤੋ ਸਭ ਤੋਂ ਜ਼ਿਆਦਾ ਜਿਹੜੀ ਉਚਾਈ ਹੈ ਉਹਦੀ ਉਹ ਦੂਸਰੇ ਹਫਤੇ ਵਧੀ ਹੈ ਜੋ ਕਿ 5 ਸੈਂਟੀਮੀਟਰ ਹੈ। ਇੱਥੇ ਅਸੀਂ ਲਿਖ ਦਿੰਦੇ ਹਾਂ, ਸੋ ਦੂਸਰੇ ਹਫਤੇ ਪੌਦੇ A ਦੀ ਉਚਾਈ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ।
ਸਭ ਤੋਂ ਜ਼ਿਆਦਾ ਵਾਧਾ ਹੋਇਆ। ਅਗਲਾ ਸਵਾਲ ਸਾਡੇ ਕੋਲ ਹੈ, ਕਿਸ ਹਫ਼ਤੇ ਵਿੱਚ ਪੌਦੇ B ਦੀ ਉਚਾਈ ਸਭ ਤੋਂ ਘੱਟ ਵਧੀ। ਇਹਦੇ ਵਿੱਚ ਸਾਨੂੰ ਉਲਟਾ ਪੁੱਛਿਆ ਗਿਆ ਹੈ। ਇਹ ਪੌਦੇ ਦੀ ਉਚਾਈ ਅਸੀਂ ਦੱਸਣਾ ਸੀ ਸਭ ਤੋਂ ਵੱਧ ਕਿਸ ਹਫ਼ਤੇ ਵਧੀ, ਇਹਦੇ ਵਿੱਚ ਸਾਨੂੰ ਇਹ ਦੱਸਣਾ ਹੈ ਕਿ ਪੌਦੇ B ਦੀ ਉਚਾਈ ਸਭ ਤੋਂ ਘੱਟ ਕਿਸ ਹਫ਼ਤੇ ਵਧੀ। ਤੋ ਇਹਦੇ ਵਿੱਚ ਵੀ ਅਸੀਂ ਸਭ ਤੋਂ ਪਹਿਲਾਂ ਤਾਂ ਉਹੀ ਚੀਜ਼ਾਂ ਚੈੱਕ ਕਰਾਂਗੇ ਕਿ ਪੌਦੇ B ਦੀ ਜਿਹੜੀ ਉਚਾਈ ਹੈ ਉਹ ਪਹਿਲੇ ਹਫ਼ਤੇ ਕਿੰਨੀ ਵਧੀ, ਦੂਜੇ ਹਫ਼ਤੇ ਕਿੰਨੀ ਵਧੀ ਤੇ ਤੀਜੇ ਹਫ਼ਤੇ ਉਹਦੇ ਵਿੱਚ ਕਿੰਨਾ ਵਾਧਾ ਹੋਇਆ। ਠੀਕ ਹੈ, ਤੋ ਇਹਨੂੰ ਵੀ ਅਸੀਂ ਉਸੇ ਢੰਗ ਦੇ ਨਾਲ ਸ਼ੁਰੂ ਕਰਾਂਗੇ ਹੱਲ। ਪੌਦੇ B ਦੀ ਉਚਾਈ ਵਿੱਚ ਹੋਇਆ ਵਾਧਾ। ਪੌਦੇ B ਦੀ ਉਚਾਈ ਵਿੱਚ ਹੋਇਆ ਵਾਧਾ। ਹਾਂਜੀ, ਪਹਿਲੇ ਹਫ਼ਤੇ ਹਾਂਜੀ ਬੱਚਿਓ, ਪਹਿਲੇ ਹਫ਼ਤੇ B ਦੀ ਜਿਹੜੀ ਉਚਾਈ ਵਿੱਚ ਕਿੰਨਾ ਵਾਧਾ ਹੋਇਆ ਸੀ ਤੇ ਦੇਖ ਸਕਦੇ ਹਾਂ। ਇਹ ਸਾਡੇ ਕੋਲ ਜਿਹੜੀ ਗੂੜੀ ਲਾਈਨ ਹੈ ਇਹ ਪੌਦੇ B ਦੀ ਉਚਾਈ ਨੂੰ ਦਰਸਾ ਰਹੀ ਹੈ, ਉਹਦੇ ਗ੍ਰਾਫ ਨੂੰ ਦਰਸਾ ਰਹੀ ਹੈ। ਤੋਂ ਪਹਿਲੇ ਹਫ਼ਤੇ ਤੋਂ ਬਾਅਦ ਜਿਹੜੇ ਪੌਦੇ B ਦੀ ਉਚਾਈ ਸੀ ਉਹ 1 ਸੈਂਟੀਮੀਟਰ ਸੀ। ਠੀਕ ਹੈ, ਤਾਂ ਇੱਥੇ ਅਸੀਂ ਲਿਖ ਲਵਾਂਗੇ 1 ਸੈਂਟੀਮੀਟਰ। ਇਸ ਤੋਂ ਬਾਅਦ ਦੂਸਰੇ ਹਫ਼ਤੇ ਅਸੀਂ ਦੇਖ ਸਕਦੇ ਹਾਂ ਪਹਿਲੇ ਹਫ਼ਤੇ ਦੇ ਅਖੀਰ ਤੱਕ ਪੌਦੇ B ਦੀ ਜਿਹੜੀ ਉਚਾਈ ਸੀ ਉਹ 1 ਸੈਂਟੀਮੀਟਰ ਸੀ ਤੇ ਦੂਜੇ ਹਫ਼ਤੇ ਦੇ ਅਖੀਰ ਤੱਕ ਪੌਦੇ B ਦੀ ਜਿਹੜੀ ਉਚਾਈ ਸੀ ਉਹ 7 ਸੈਂਟੀਮੀਟਰ ਹੋ ਚੁੱਕੀ ਸੀ। ਠੀਕ ਹੈ, ਤਾਂ ਕਿੰਨਾ ਵਾਧਾ ਹੋਇਆ ਉਹ ਪਤਾ ਕਰਨ ਦੇ ਲਈ ਅਸੀਂ 7 ਦੇ ਵਿੱਚੋਂ 1 ਨੂੰ ਮਾਈਨਸ ਕਰ ਦਿਆਂਗੇ, ਸਾਡੇ ਕੋਲ ਉੱਤਰ ਆ ਜਾਏਗਾ 6 ਸੈਂਟੀਮੀਟਰ। ਠੀਕ ਹੈ, ਤਾਂ ਦੂਸਰੇ ਹਫ਼ਤੇ ਵਿੱਚ ਪੌਦੇ B ਦੀ ਜਿਹੜੀ ਉਚਾਈ ਹੈ ਉਹ 6 ਸੈਂਟੀਮੀਟਰ ਉਹਦੇ ਵਿੱਚ ਵਾਧਾ ਹੋਇਆ। ਇਸ ਤੋਂ ਬਾਅਦ ਤੀਸਰੇ ਹਫ਼ਤੇ ਦੂਜੇ ਹਫ਼ਤੇ ਦੇ ਅਖੀਰ ਤੱਕ ਪੌਦੇ B ਦੀ ਜਿਹੜੀ ਉਚਾਈ ਹੈ ਉਹ 7 ਸੈਂਟੀਮੀਟਰ ਤੱਕ ਵੱਧ ਚੁੱਕੀ ਸੀ। ਤੀਜੇ ਹਫ਼ਤੇ ਦੇ ਅਖੀਰ ਤੱਕ ਪੌਦੇ B ਦੀ ਜਿਹੜੀ ਉਚਾਈ ਹੈ ਉਹ ਅਸੀਂ ਦੇਖ ਸਕਦੇ ਹਾਂ ਕਿ 10 ਸੈਂਟੀਮੀਟਰ ਹੋ ਚੁੱਕੀ ਸੀ। ਠੀਕ ਹੈ, ਤਾਂ 10 ਦੇ ਵਿੱਚੋਂ 7 ਅਸੀਂ ਘਟਾਵਾਂਗੇ ਤਾਂ ਸਾਨੂੰ ਪਤਾ ਚੱਲ ਜਾਏਗਾ ਤੀਸਰੇ ਹਫ਼ਤੇ ਜਿੰਨਾ ਵੀ ਵਾਧਾ ਜਿਹੜਾ ਹੋਇਆ ਹੈ ਪੌਦੇ B ਦੀ ਉਚਾਈ ਦੇ ਵਿੱਚ, तो 10 ਦੇ ਵਿੱਚੋਂ ਜੇਕਰ 7 ਅਸੀਂ ਘਟਾਣੇ ਆ ਇਹ ਸਾਡੇ ਕੋਲ ਆ ਜਾਂਦਾ ਹੈ 3 ਸੈਂਟੀਮੀਟਰ। ਠੀਕ ਹੈ ਸਟੂਡੈਂਟਸ, तो ਅਸੀਂ ਦੇਖ ਸਕਦੇ ਹਾਂ ਕਿ ਤੀਜੇ ਹਫ਼ਤੇ ਜਿਹੜਾ ਵਾਧਾ ਹੈ ਉਹ 3 ਸੈਂਟੀਮੀਟਰ ਦਾ ਹੋਇਆ, ਦੂਜੇ ਹਫ਼ਤੇ ਵਾਧਾ 6 ਸੈਂਟੀਮੀਟਰ ਦਾ ਹੋਇਆ ਤੇ ਪਹਿਲੇ ਹਫ਼ਤੇ ਜਿਹੜਾ ਵਾਧਾ ਹੈ ਉਹ 1 ਸੈਂਟੀਮੀਟਰ ਦਾ ਹੋਇਆ। ਸ਼ੁਰੂਆਤ ਦੇ ਵਿੱਚ ਜਿਹੜੀ B ਦੀ ਵਧਣ ਦੀ ਰਫ਼ਤਾਰ ਸੀ ਉਹ ਸਭ ਤੋਂ ਜ਼ਿਆਦਾ ਘੱਟ ਸੀ, ਤੋਂ ਆਪਾਂ ਇੱਥੇ ਇਹਦਾ ਉੱਤਰ ਦੇ ਸਕਦੇ ਹਾਂ ਕਿ ਪਹਿਲੇ ਹਫ਼ਤੇ ਦੇ ਵਿੱਚ ਪੌਦੇ B ਦੀ ਉਚਾਈ ਸਭ ਤੋਂ ਘੱਟ ਵਧੀ। ਠੀਕ ਹੈ, ਸੋ तो पहले हफ्ते विच पौधे B ਦੀ ਉਚਾਈ ਸਭ ਤੋਂ ਘੱਟ ਵਧੀ। ਠੀਕ ਹੈ ਸਟੂਡੈਂਟਸ, तो ਇਹ ਸਾਡੇ ਕੋਲ ਇਸ ਸਵਾਲ ਦੇ ਜਿਹੜੇ ਉੱਤਰ ਬੰਦੇ ਨੇ। ਸੋ ਇਸ ਤੋਂ ਬਾਅਦ ਅਗਲਾ ਪਾਰਟ ਜਿਹੜਾ ਸਾਡੇ ਕੋਲ ਹੈ ਉਹ ਅਸੀਂ ਦੇਖਦੇ ਹਾਂ ਕਿ ਕਿਸੇ ਹਫ਼ਤੇ ਵਿੱਚ ਦੋਨਾਂ ਪੌਦਿਆਂ ਦੀ ਉਚਾਈ ਬਰਾਬਰ ਸੀ, ਪਛਾਣੋ। ਹਾਂਜੀ, ਕੋਈ ਹਫ਼ਤਾ ਐਸਾ ਸੀ ਜਿਹਦੇ ਵਿੱਚ ਦੋਨੋਂ ਹੀ ਪੌਦਿਆਂ ਦੀ ਉਚਾਈ ਜਿਹੜੀ ਬਰਾਬਰ ਸੀ, ਤਾਂ ਆਪਾਂ ਇਹਦੇ ਵਿੱਚ ਦੇਖਾਂਗੇ ਕਿ ਦੋਨਾਂ ਦਾ ਜਿਹੜਾ ਗ੍ਰਾਫ ਹੈ ਉਹ ਆਪਸ ਦੇ ਵਿੱਚ ਕਿਸ ਬਿੰਦੂ ਤੇ ਘਟਦਾ ਹੈ। ਤਾਂ ਅਸੀਂ ਦੇਖ ਸਕਦੇ ਹਾਂ ਇਹ ਜਿਹੜਾ ਸਾਡੇ ਕੋਲ ਬਿੰਦੂ ਹੈ ਇਸ ਬਿੰਦੂ ਤੇ ਦੋਨੋਂ ਹੀ ਗ੍ਰਾਫ ਜਿਹੜੇ ਨੇ ਪੌਦੇ A ਦੇ ਤੇ ਪੌਦੇ B ਦੇ ਜੋ ਗ੍ਰਾਫ ਨੇ ਉਹ ਆਪਸ ਦੇ ਵਿੱਚ ਕੱਟ ਰਹੇ ਨੇ। ਇਸ ਦਾ ਭਾਵ ਹੈ ਕਿ ਦੂਜੇ ਹਫ਼ਤੇ ਦੇ ਅਖੀਰ ਵਿੱਚ ਦੋਨਾਂ ਦੀ ਜਿਹੜੀ ਲੰਬਾਈ ਸੀ, ਦੋਨਾਂ ਦੀ ਉਚਾਈ ਸੀ ਉਹ ਇੱਕ ਸਮਾਨ ਸੀ ਜੋ ਕਿ 7 ਸੈਂਟੀਮੀਟਰ ਸੀ। ਠੀਕ ਹੈ, ਤਾਂ ਇਸ ਦਾ ਉੱਤਰ ਅਸੀਂ ਦੇਵਾਂਗੇ ਹਲ। ਹਾਂ, ਦੂਜੇ ਹਫ਼ਤੇ ਦੇ ਅੰਤ ਵਿੱਚ ਦੋਨੋਂ ਪੌਦਿਆਂ ਦੀ ਉਚਾਈ ਇੱਕ ਸਮਾਨ ਸੀ। ਠੀਕ ਹੈ, ਤੇ ਇਸ ਦਾ ਪਤਾ ਸਾਨੂੰ ਕਿਵੇਂ ਚੱਲਦਾ ਹੈ? ਇਸ ਦਾ ਪਤਾ ਸਾਨੂੰ ਉਸ ਬਿੰਦੂ ਤੋਂ ਚੱਲਦਾ ਹੈ ਜਿਸ ਬਿੰਦੂ ਤੇ ਦੋਨੋਂ ਜਿਹੜੇ ਗ੍ਰਾਫ ਨੇ ਉਹ ਆਪਸ ਦੇ ਵਿੱਚ
ਮਿਲਦੇ ਨੇ। ਇਸ ਦਾ ਪਤਾ ਉਸ ਬਿੰਦੂ ਤੋਂ ਚੱਲਦਾ ਹੈ ਜਿਸ ਉੱਤੇ ਦੋਨੋਂ ਰੇਖਾ ਗ੍ਰਾਫ ਆਪਸ ਵਿੱਚ ਮਿਲਦੇ ਹਨ। ਠੀਕ ਹੈ ਵਿਦਿਆਰਥੀਓ, ਤਾਂ ਇਸ ਬਿੰਦੂ ਤੇ ਸਾਨੂੰ ਪਤਾ ਚੱਲਦਾ ਹੈ ਕਿ ਦੋਨੋਂ ਗ੍ਰਾਫ ਜਿੱਥੇ ਆਪਸ ਮਿਲਦੇ ਨੇ, ਇਹ ਦੂਜੇ ਹਫ਼ਤੇ ਦੇ ਅਖੀਰ ਵਿੱਚ ਦੋਨੋਂ ਪੌਦਿਆਂ ਦੀ ਜਿਹੜੀ ਲੰਬਾਈ ਹੈ ਉਹ ਇੱਕ ਸਮਾਨ ਰਹਿੰਦੀ ਹੈ, ਜੋ ਕਿ 7 ਸੈਂਟੀਮੀਟਰ ਹੈ। ਠੀਕ ਹੈ, ਠੀਕ ਹੈ ਵਿਦਿਆਰਥੀਓ, ਤਾਂ ਇਹ ਸਾਡੇ ਕੋਲ 6 ਪਾਰਟ ਜਿਹੜੇ ਨੇ ਉਹ ਪਹਿਲੇ ਸਵਾਲ ਦੇ ਆਪਾਂ ਕੀਤੇ ਨੇ ਤੇ ਮੈਨੂੰ ਉਮੀਦ ਹੈ ਕਿ ਹਰ ਇੱਕ ਭਾਗ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ ਤੇ ਕਿਵੇਂ ਅਸੀਂ ਗ੍ਰਾਫ ਨੂੰ ਪੜ੍ਹ ਕੇ, ਗ੍ਰਾਫ ਤੋਂ ਸਮਝ ਕੇ ਅਸੀਂ ਸਵਾਲਾਂ ਦੇ ਜਵਾਬ ਦੇਣੇ ਨੇ ਉਹ ਵੀ ਤੁਸੀਂ ਸਿੱਖੇ ਹੋਣਗੇ। ਇਸ ਤੋਂ ਬਾਅਦ ਅਗਲਾ ਸਵਾਲ ਸ਼ੁਰੂ ਕਰਦੇ ਹਾਂ। ਸੋ ਅੱਜ ਦੀ ਕਲਾਸ ਦਾ ਅਗਲਾ ਜਿਹੜਾ ਸਵਾਲ ਹੈ ਉਹ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਇਹ ਵੀ ਸਾਡੇ ਕੋਲ 15.1 ਅਭਿਆਸ ਦਾ ਹੀ ਹੈ। ਹੇਠਾਂ ਦਿੱਤੇ ਗ੍ਰਾਫਾਂ ਵਿੱਚ ਕਿਹੜੇ-ਕਿਹੜੇ ਗ੍ਰਾਫ ਸਮੇਂ ਅਤੇ ਤਾਪਮਾਨ ਦੇ ਵਿੱਚ ਸੰਭਵ ਹਨ, ਤਰਕ ਦੇ ਨਾਲ ਆਪਣੇ ਉੱਤਰ ਦਿਓ। ਠੀਕ ਹੈ, ਤੋ ਇੱਥੇ ਤੁਸੀਂ ਦੇਖ ਸਕਦੇ ਹੋ ਸਾਨੂੰ ਜਿਹੜੇ 4 ਗ੍ਰਾਫ ਹੈ ਉਹ ਦਿੱਤੇ ਗਏ ਨੇ। ਪਹਿਲਾਂ ਇਹ 2 ਗ੍ਰਾਫਾਂ ਦੀ ਅਸੀਂ ਗੱਲ ਕਰ ਲੈਂਦੇ ਹਾਂ। ਇਸ ਗ੍ਰਾਫ ਦੇ ਵਿੱਚ ਜਿਹੜਾ ਲੇਟਵੇਂ ਧੁਰੇ ਦੇ ਉੱਤੇ ਸਾਨੂੰ ਸਮਾਂ ਜਿਹੜਾ ਦਿੱਤਾ ਗਿਆ ਹੈ, ਖੜਵੇਂ ਧੁਰੇ ਦੇ ਉੱਤੇ ਸਾਨੂੰ ਤਾਪਮਾਨ ਦਿੱਤਾ ਗਿਆ ਹੈ। ਅਸੀਂ ਕਹਿ ਸਕਦੇ ਹਾਂ ਕਿ x ਧੁਰੇ ਦੇ ਉੱਤੇ ਸਾਨੂੰ ਜਿਹੜਾ ਸਮਾਂ ਤੇ y ਧੁਰੇ ਦੇ ਉੱਤੇ ਤਾਪਮਾਨ ਜਿਹੜਾ ਦਰਸਾਇਆ ਗਿਆ ਹੈ। ਇਸੇ ਢੰਗ ਦੇ ਨਾਲ ਦੂਸਰੇ ਗ੍ਰਾਫ ਦੇ ਵਿੱਚ ਵੀ ਇੱਥੇ ਸਮਾਂ ਜਿਹੜਾ ਦਰਸਾਇਆ ਗਿਆ ਹੈ x ਧੁਰੇ ਦੇ ਉੱਤੇ, y ਧੁਰੇ ਦੇ ਉੱਤੇ ਤਾਪਮਾਨ ਜਿਹੜਾ ਉਹ ਦਰਸਾਇਆ ਗਿਆ ਹੈ। ਠੀਕ ਹੈ, ਤੋ ਇਹਦੇ 'ਚ ਇਹ ਸਾਡੇ ਕੋਲ ਗ੍ਰਾਫ ਹੈ ਜਿਹੜਾ ਤੀਰ ਦਾ ਨਿਸ਼ਾਨ ਤੁਸੀਂ ਦੇਖ ਰਹੇ ਹੋ। ਠੀਕ ਹੈ, ਇਹ ਵੀ ਸਾਡੇ ਕੋਲ ਗ੍ਰਾਫ ਹੈ ਜਿਹੜਾ ਤੀਰ ਦਾ ਨਿਸ਼ਾਨ ਦੇਖ ਰਹੇ ਹੋ। ਇਹਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਸਮੇਂ ਦੇ ਨਾਲ ਜਿਹੜਾ ਤਾਪਮਾਨ ਹੈ ਉਹ ਵੱਧ ਰਿਹਾ ਹੈ। ਇਹਦੇ ਵਿੱਚ ਸਾਨੂੰ ਇਹ ਦਰਸਾਇਆ ਗਿਆ ਹੈ ਕਿ ਸਮਾਂ ਵਧਣ ਦੇ ਨਾਲ ਤਾਪਮਾਨ ਜਿਹੜਾ ਹੈ ਉਹ ਅੱਗੇ ਤੋਂ ਅੱਗੇ ਘਟ ਰਿਹਾ ਹੈ। ਇਸੇ ਢੰਗ ਦੇ ਨਾਲ ਤੀਸਰਾ ਤੇ ਚੌਥਾ ਗ੍ਰਾਫ ਅਸੀਂ ਦੇਖਦੇ ਹਾਂ। ਤੀਸਰੇ ਗ੍ਰਾਫ ਵਿੱਚ ਵੀ ਜਿਹੜਾ ਲੇਟਵਾਂ ਧੁਰਾ ਹੈ, x ਧੁਰਾ ਹੈ, ਇਹਦੇ ਵਿੱਚ ਸਮੇਂ ਨੂੰ ਦਰਸਾਇਆ ਗਿਆ ਹੈ ਤੇ ਖੜਵੇਂ ਧੁਰੇ ਦੇ ਵਿੱਚ ਜਿਹੜਾ ਹੈ ਉਹ ਤਾਪਮਾਨ ਨੂੰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਚੌਥੇ ਗ੍ਰਾਫ ਦੇ ਵਿੱਚ ਵੀ ਇਸੇ ਢੰਗ ਦੇ ਨਾਲ x ਧੁਰਾ ਤੇ y ਧੁਰਾ ਲਏ ਗਏ ਹਨ। x ਧੁਰੇ ਦੇ ਉੱਤੇ ਸਮਾਂ ਤੇ ਖੜਵਾਂ ਧੁਰਾ ਜਿਹੜਾ y ਧੁਰਾ ਹੈ ਉਹਦੇ ਤੇ ਤਾਪਮਾਨ ਨੂੰ ਦਰਸਾਇਆ ਗਿਆ ਹੈ। ਇਹ ਗ੍ਰਾਫ ਸਾਨੂੰ ਦੱਸਦਾ ਹੈ ਕਿ ਸਮਾਂ ਜਿਹੜਾ ਹੈ ਉਹ ਬਦਲ ਨਹੀਂ ਰਿਹਾ, ਪਰ ਤਾਪਮਾਨ ਜਿਹੜਾ ਹੈ ਉਹ ਚੇਂਜ ਹੋ ਰਿਹਾ ਹੈ। ਕਹਿਣ ਦਾ ਭਾਵ ਹੈ ਇੱਕੋ ਹੀ ਸਮੇਂ ਤੇ ਤਾਪਮਾਨ ਦੀਆਂ ਅਲੱਗ-ਅਲੱਗ ਕੀਮਤਾਂ ਜਿਹੜੀਆਂ ਇੱਥੇ ਦਰਸਾਈਆਂ ਗਈਆਂ ਨੇ ਔਰ ਇਹਦੇ ਵਿੱਚ ਸਮਾਂ ਜਿਹੜਾ ਬਦਲ ਰਿਹਾ ਹੈ ਪਰ ਤਾਪਮਾਨ ਜਿਹੜਾ ਫਿਕਸ ਹੈ। ਕਹਿਣ ਦਾ ਭਾਵ ਹੈ ਕਿ ਸਮੇਂ ਅਲੱਗ-ਅਲੱਗ ਸਮੇਂ ਦੇ ਉੱਤੇ ਜਿਹੜਾ ਟੈਂਪਰੇਚਰ ਹੈ, ਜਿਹੜਾ ਤਾਪਮਾਨ ਹੈ ਉਹ ਇੱਕ ਸਮਾਨ ਰਹਿ ਰਿਹਾ ਹੈ। ਠੀਕ ਹੈ, तो ਅਸੀਂ ਹੁਣ ਇਹ ਚਾਰੋਂ ਗ੍ਰਾਫਾਂ ਦੇ ਵਿੱਚ ਦੇਖਣਾ ਕਿ ਕਿਹੜਾ-ਕਿਹੜਾ ਗ੍ਰਾਫ ਸੰਭਵ ਹੈ ਤੇ ਕਿਹੜਾ-ਕਿਹੜਾ ਗ੍ਰਾਫ ਸੰਭਵ ਨਹੀਂ ਹੈ। ਜੇ ਸੰਭਵ ਹੈ ਤਾਂ ਕਿਉਂ ਹੈ, ਜੇ ਸੰਭਵ ਨਹੀਂ ਹੈ ਤਾਂ ਕਿਉਂ ਨਹੀਂ ਹੈ। ਠੀਕ ਹੈ, ਤਾਂ ਆਓ ਇੱਕ-ਇੱਕ ਕਰਕੇ ਇਹਦੇ ਅਸੀਂ ਉੱਤਰ ਜਿਹੜੇ ਉਹ ਲਿਖਾਂਗੇ। ਹਾਂਜੀ, ਤਾਂ ਇਹ ਸਾਡੇ ਕੋਲ ਸਮੇਂ ਤਾਪਮਾਨ ਦਾ ਜਿਹੜਾ ਪਹਿਲਾ ਗ੍ਰਾਫ ਹੈ। तो ਅਸੀਂ ਇਹਦੇ 'ਚ ਲਿਖ ਸਕਦੇ ਹਾਂ ਕਿ ਸਮਾਂ ਵਧਣ ਦੇ ਨਾਲ ਜਿਹੜਾ ਤਾਪਮਾਨ ਹੈ ਉਹ ਵੱਧ ਸਕਦਾ ਹੈ। ਆਪਾਂ ਦੇਖ ਸਕਦੇ ਹਾਂ ਨਾ ਇੱਥੇ ਜਿਹੜਾ ਤਾਪਮਾਨ ਉਹ ਇਸ ਪੁਆਇੰਟ ਤੇ ਹੈ, ਫਿਰ ਅੱਗੇ ਸਮਾਂ ਜਿਵੇਂ ਵਧੀ ਜਾਂਦਾ ਉਵੇਂ ਤਾਪਮਾਨ ਵੀ ਜਿਹੜਾ ਉਹ ਵੱਧ ਰਿਹਾ ਹੈ, ਉੱਪਰ ਨੂੰ ਜਾ ਰਿਹਾ ਹੈ। ਠੀਕ ਹੈ, ਤੋ ਸਮੇਂ ਦੇ ਵਧਣ ਨਾਲ ਤਾਪਮਾਨ ਦੇ ਵਿੱਚ ਵਾਧਾ ਹੋ ਸਕਦਾ ਹੈ, ਇਸ ਲਈ ਇਹ ਜਿਹੜਾ ਗ੍ਰਾਫ ਹੈ ਉਹ ਸੰਭਵ ਹੈ। ਠੀਕ ਹੈ, ਤਾਂ ਆਪਾਂ ਲਿਖਾਂਗੇ ਹਾਂ, ਇਹ ਗ੍ਰਾਫ ਸੰਭਵ ਹੈ क्योंकि ਸਮਾਂ ਵਧਣ ਦੇ ਨਾਲ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ। ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ। ਠੀਕ ਹੈ ਜੀ, तो ਇਹ ਸੰਭਵ ਹੈ, ਇਹ ਜਿਹੜਾ ਗ੍ਰਾਫ ਹੈ। ਇਸ ਤੋਂ ਬਾਅਦ ਅਗਲੇ ਗ੍ਰਾਫ ਦੀ ਗੱਲ ਕਰਦੇ ਹਾਂ। ਅਗਲੇ ਗ੍ਰਾਫ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਸਮਾਂ ਵਧਣ ਦੇ ਨਾਲ ਜਿਹੜਾ ਟੈਂਪਰੇਚਰ ਹੈ, ਤਾਪਮਾਨ ਹੈ ਉਹ ਘਟ ਰਿਹਾ ਹੈ। ਤਾਂ ਆਪਾਂ ਦੇਖਦੇ ਹਾਂ ਦਿਨ ਦੇ ਵਿੱਚ ਵੀ ਜਿਵੇਂ-ਜਿਵੇਂ ਦੁਪਹਿਰ ਹੁੰਦੀ, ਦੁਪਹਿਰ ਨੂੰ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ। ਤੋ ਜਿਵੇਂ-ਜਿਵੇਂ ਸ਼ਾਮ ਰਾਤ ਜਿਹੜੀ ਹੁੰਦੀ ਜਾਂਦੀ ਹੈ, ਤਾਪਮਾਨ ਜਿਹੜਾ ਟੈਂਪਰੇਚਰ ਹੈ, ਗਰਮੀ ਹੈ ਉਹ ਘਟਦੀ ਜਾਂਦੀ ਹੈ। ਠੀਕ ਹੈ, ਤਾਂ ਆਪਾਂ ਕਹਿ ਸਕਦੇ ਹਾਂ ਹਾਂ ਇਹ ਵੀ ਸੰਭਵ ਹੈ, ਕਿਉਂਕਿ ਸਮੇਂ ਦੇ ਵਧਣ ਦੇ ਨਾਲ ਤਾਪਮਾਨ ਜਿਹੜਾ ਹੈ ਉਹ
घट सकता है। ठीक है, तो हाँ ये ग्राफ संभव है क्योंकि ਸਮਾਂ ਵਧਣ ਦੇ ਨਾਲ ਤਾਪਮਾਨ ਵਿੱਚ गिरावट आ सकती है। ठीक है, इस तो बाद अगला ग्राफ साडे कोल है, ਇਹਦੇ ਵਿੱਚ ਸਮਾਂ ਜਿਹੜਾ ਹੈ ਉਹ x ਧੁਰੇ ਤੇ y ਧੁਰੇ ਤੇ ਤਾਪਮਾਨ ਸਾਨੂੰ ਦਿੱਤਾ ਗਿਆ ਹੈ। तो ਸਮਾਂ ਜਿਹੜਾ ਇੱਥੇ ਚੇਂਜ ਨਹੀਂ ਹੋ ਰਿਹਾ, ਤੁਸੀਂ ਦੇਖੋਗੇ ਕਿ ਇੱਕੋ ਹੀ ਫਿਕਸ ਪੁਆਇੰਟ ਦੇ ਉੱਤੇ ਜਿਹੜਾ ਤਾਪਮਾਨ ਹੈ ਉਹ ਸਾਨੂੰ ਦਿੱਤਾ ਗਿਆ ਹੈ। ठीक है, तो अगर ਸਮਾਂ ਸਾਡੇ ਕੋਲ ਇਹ ਵਾਲਾ ਬਿੰਦੂ ਹੈ ਤਾਂ ਮਤਲਬ ਇਹਦੇ ਕੋਰਸਪੋਂਡਿੰਗ ਸਾਡੇ ਕੋਲ ਇਹ ਵੀ ਤਾਪਮਾਨ ਹੋ ਸਕਦਾ ਹੈ, 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 ਜਿਸ ਢੰਗ ਦੇ ਨਾਲ ਸਾਨੂੰ ਇੱਥੇ ਜਿਹੜੀਆਂ ਕੀਮਤਾਂ ਉਹ ਦਿੱਤੀਆਂ ਹੋਣਗੀਆਂ y ਧੁਰੇ ਦੇ ਉੱਤੇ। ਠੀਕ ਹੈ ਨਾ, तो ਇੱਕੋ ਹੀ ਸਮੇਂ ਦੇ ਵਿੱਚ ਅਲੱਗ-ਅਲੱਗ ਤਾਪਮਾਨ ਜਿਹੜੇ ਆ ਉਹ ਨਹੀਂ ਹੋ ਸਕਦੇ। ठीक है, तो ਇਸ ਲਈ ਇਹ ਜਿਹੜਾ ਗ੍ਰਾਫ ਹੈ ਉਹ ਸੰਭਵ ਨਹੀਂ ਹੈ। ठीक है, हल नहीं, नहीं ये ग्राफ संभव नहीं है। ये ग्राफ संभव नहीं है क्योंकि एक ही समय ते एक ही समय ते तापमान दियां कीमतां अलग अलग नहीं हो सकदियां, अलग अलग नहीं हो सकती। ठीक है, तो ये ग्राफ संभव नहीं है। इस तो बाद अगला ग्राफ देखते हैं। तो ये साडे कोल चौथा ग्राफ है, ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਸਮਾਂ ਜਿਹੜਾ ਹੈ ਉਹ ਬਦਲ ਰਿਹਾ ਹੈ, ਪਰ ਹਰ ਸਮੇਂ ਦੇ ਉੱਤੇ ਜਿਹੜਾ ਤਾਪਮਾਨ ਦੀ ਕੀਮਤ ਹੈ ਉਹ ਬਰਾਬਰ ਹੀ ਆ ਰਹੀ ਹੈ। ਤਾਪਮਾਨ ਸਿਰਫ ਉਦੋਂ ਵਧੇਗਾ ਜਾਂ ਘਟੇਗਾ ਜਦੋਂ ਇਹ ਗ੍ਰਾਫ ਉੱਪਰ ਜਾਂ ਨੀਚੇ ਜਾਂਦਾ ਹੈ। ਉੱਪਰ ਗ੍ਰਾਫ ਜਾਏਗਾ ਤਾਂ ਤਾਪਮਾਨ ਦੇ ਵਿੱਚ ਵਾਧਾ ਹੋਏਗਾ, ਤੇ ਗ੍ਰਾਫ ਥੱਲੇ ਹੈ ਇਹਦਾ ਮਤਲਬ ਤਾਪਮਾਨ ਦੇ ਵਿੱਚ ਗਿਰਾਵਟ ਆ ਰਹੀ ਹੈ। ਪਰ ਇਹਦਾ ਗ੍ਰਾਫ ਜਿਹੜਾ ਬਿਲਕੁਲ ਸਥਿਰ ਹੈ, x ਧੁਰੇ ਦੇ ਸਮਾਨਾਂਤਰ ਜਾ ਰਿਹਾ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਤਾਪਮਾਨ ਜਿਹੜਾ ਉਹ ਚੇਂਜ ਨਹੀਂ ਹੋ ਰਿਹਾ। ਤਾਂ ਇਹ ਹੋ ਸਕਦਾ ਹੈ ਕਿ ਸਮਾਂ ਵਧਣ ਦੇ ਨਾਲ ਜਿਹੜਾ ਤਾਪਮਾਨ ਨਾ ਵਧੇ, ਤਾਪਮਾਨ ਇੱਕੋ ਜਿਹਾ ਵੀ ਰਹਿ ਸਕਦਾ ਹੈ। ਠੀਕ ਹੈ, ਹੱਲ हाँ ये ग्राफ संभव है क्योंकि ਸਮਾਂ ਵਧਣ ਦੇ ਨਾਲ ਤਾਪਮਾਨ स्थिर भी रह सकता है। ठीक है, ਸਮਾਂ ਵਧੇ ਪਰ ਤਾਪਮਾਨ ਜਿਹੜਾ ਸਥਿਰ ਰਹੇ ਪੋਸੀਬਲ ਹੋ ਸਕਦਾ ਹੈ। ਜਿਵੇਂ ਹੁਣ ਆਪਾਂ ਗੱਲ ਕਰੀਏ ਰੈਫਰੀਜਰੇਟਰ ਸਾਡੇ ਕੋਲ ਹੈਗੇ ਆ, ਫ੍ਰਿਜ ਦੇ ਵਿੱਚ ਤਾਪਮਾਨ ਜਿਹੜਾ ਅੰਦਰ ਦਾ ਤਾਪਮਾਨ ਹੈ ਉਹ ਫਿਕਸ ਰਹਿੰਦਾ ਹੈ। ਤਾਂ ਉਹਦੇ 'ਚ ਜੇ ਅਸੀਂ ਉਹਨੂੰ ਲਗਾਤਾਰ ਚਲਾਈ ਰੱਖਦੇ ਹਾਂ ਤਾਂ ਉਹਦੇ 'ਚ ਤਾਪਮਾਨ ਜਿਹੜਾ ਹੈ ਉਹ ਸਮੇਂ ਦੇ ਵਧਣ ਦੇ ਨਾਲ ਵੀ ਅੰਦਰ ਜਿਹੜਾ ਉਹ ਇੱਕੋ ਜਿਹਾ ਹੀ ਰਹਿ ਸਕਦਾ ਹੈ। ਤਾਂ ਇਹ ਗ੍ਰਾਫ ਵੀ ਸੰਭਵ ਹੈ। ਠੀਕ ਹੈ ਵਿਦਿਆਰਥੀਓ, ਸੋ ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਦੇ ਲੈਸਨ ਨੂੰ ਬਹੁਤ ਚੰਗੇ ਢੰਗ ਦੇ ਨਾਲ ਦੇਖਿਆ ਹੋਵੇਗਾ, ਸਮਝਿਆ ਹੋਵੇਗਾ, ਹਰ ਇੱਕ ਚੀਜ਼ ਨੂੰ ਨੋਟ ਵੀ ਕੀਤਾ ਹੋਵੇਗਾ। तो ਅੱਜ ਦੇ ਲੈਸਨ ਵਿੱਚ ਇੰਨਾ ਹੀ। ਇਸ ਤੋਂ ਬਾਅਦ ਅਗਲੇ ਅਭਿਆਸ ਦੇ ਵਿੱਚ, ਅਗਲੇ ਲੈਸਨ ਦੇ ਵਿੱਚ ਅਸੀਂ ਅਭਿਆਸ 15.2 ਦੇ ਨਾਲ ਸੰਬੰਧਿਤ ਜੋ ਕਨਸੈਪਟ ਹੈ ਉਹਨੂੰ ਡਿਸਕਸ ਕਰਾਂਗੇ, ਤੇ ਅਭਿਆਸ 15.2 ਦੇ ਸਵਾਲ ਹੈ ਜਿਹੜੇ ਉਹ ਵੀ ਆਪਾਂ ਉਹਨਾਂ ਦੇ ਉੱਤੇ ਵੀ ਚਰਚਾ ਕਰਾਂਗੇ। ਠੀਕ ਹੈ ਸਟੂਡੈਂਟਸ, ਤੋਂ ਅੱਜ ਦੇ ਲਈ ਇੰਨਾ ਹੀ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।